ਹੈਲੋ ਸਟੂਡੈਂਟਸ, ਹੁਣ ਤੱਕ ਤੁਸੀਂ ਪਲੱਸ 2 ਦੇ ਵਿੱਚ ਪੜ੍ਹ ਚੁੱਕੇ ਹੋ ਕਿ ਇਲੈਕਟ੍ਰਿਕ ਫੀਲਡ ਕੀ ਹੁੰਦਾ ਹੈ, ਇਲੈਕਟ੍ਰਿਕ ਫੋਰਸ ਕੀ ਹੁੰਦੀ ਹੈ ਤੇ ਚਾਰजेस, ਇਲੈਕਟ੍ਰਿਕ ਚਾਰजेस ਕੀ ਹੁੰਦੇ ਨੇ। ਉਸ ਤੋਂ ਬਾਅਦ ਤੁਸੀਂ ਸੈਕੰਡ ਯੂਨਿਟ ਦੇ ਵਿੱਚ ਸਟੱਡੀ ਕੀਤਾ ਕਿ ਇਲੈਕਟ੍ਰਿਕ ਕਰੰਟ ਕੀ ਹੈ। ਮੀਨਸ ਜਦੋਂ ਚਾਰजेस ਮੂਵ ਕਰਦੇ ਨੇ ਤਾਂ ਅਸੀਂ ਕਹਿ ਰਹੇ ਹਾਂ ਕਿ ਕਰੰਟ ਪ੍ਰੋਡਿਊਸ ਹੁੰਦਾ ਹੈ। ਕਲੀਅਰ? ਅੱਜ ਅਸੀਂ ਨਵਾਂ ਯੂਨਿਟ ਸਟਾਰਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਮੈਗਨੈਟਿਕ ਇਫੈਕਟਸ ਆਫ ਕਰੰਟ ਐਂਡ ਮੈਗਨੇਟਿਜ਼ਮ। ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ, ਇਸ ਦੇ ਟੌਪਿਕਸ ਨੂੰ ਰਿਵਿਊ ਕਰਨ ਤੋਂ ਪਹਿਲਾਂ ਇਸ ਵਰਡ ਦਾ ਮੀਨਿੰਗ ਕਲੀਅਰ ਕਰੀਏ ਕਿ ਮੈਗਨੇਟਿਜ਼ਮ ਹੈ ਕੀ। ਦੇਖੋ, ਪੁਰਾਣੇ ਟਾਈਮ 'ਚ ਲੋਕ ਐਗੋ ਕੀ ਸੀ, ਲੋਕਾਂ ਨੂੰ ਇਹ ਪਤਾ ਸੀਗਾ ਕਿ ਕੁਝ ਇਸ ਤਰ੍ਹਾਂ ਦੇ ਸਟੋਨਸ ਨੇ ਜੋ ਕਿ ਆਇਰਨ ਨੇਲਸ ਨੂੰ ਆਪਣੀ ਤਰਫ ਅਟਰੈਕਟ ਕਰਦੇ ਨੇ। ਜਿਹੜੇ ਇਹ ਸਟੋਨਸ ਸੀ, ਇਹ ਓਲਡ ਗ੍ਰੀਸ ਦੇ ਵਿੱਚ ਮੈਗਨੀਸ਼ੀਆ ਨਾਮ ਦੀ ਇੱਕ ਜਗ੍ਹਾ ਸੀ ਜਿਸ ਦੇ ਉੱਪਰ ਪਾਏ ਜਾਂਦੇ ਸੀ। ਕਲੀਅਰ? ਦੈਟਸ ਵਾਈ ਇਹਨਾਂ ਨੂੰ ਮੈਗਨੇਟਸ ਦਾ ਨਾਮ ਦਿੱਤਾ ਗਿਆ, ਕਿਉਂਕਿ ਇਹਨਾਂ ਦਾ ਜਿਹੜਾ ਓਰੀਜਨ ਹੈ ਮੀਨਸ ਕਿੱਥੇ ਸੀਗਾ, ਓਲਡ ਗ੍ਰੀਸ ਦੇ ਵਿੱਚ ਇੱਕ ਮੈਗਨੀਸ਼ੀਆ ਨਾਮ ਦੀ ਜਗ੍ਹਾ ਸੀ, ਉੱਥੇ ਸੀ, ਇਸ ਲਈ ਇਹਨਾਂ ਨੂੰ ਨਾਮ ਦਿੱਤਾ ਗਿਆ ਮੈਗਨੇਟਸ ਦਾ। ਬਟ ਚਾਈਨੀਜ਼ ਪੀਪਲਸ ਨੇ 1000 years ਬੈਕ ਆਪਣੀ ਨੌਲੇਜ ਨੂੰ ਯੂਜ਼ ਕਰਕੇ ਇਹਨਾਂ ਸਟੋਨਸ ਨੂੰ ਕਨਵਰਟ ਕੀਤਾ ਮੈਗਨੇਟਸ ਕੰਪਸ ਦੇ ਵਿੱਚ। ਮੈਗਨੈਟਿਕ ਕੰਪਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਆਪਣੀ ਨੌਲੇਜ ਨੂੰ ਯੂਜ਼ ਕਰਕੇ ਇਹਨਾਂ ਸਟੋਨਸ ਤੋਂ ਕੰਪਸ ਨੂੰ ਡਿਵੈਲਪ ਕੀਤਾ। ਉਸ ਕੰਪਸ ਦਾ ਯੂਜ਼ ਉਹ ਕਿੱਥੇ ਕਰਦੇ ਸੀ, ਜਿਸ ਤਰ੍ਹਾਂ ਸੀ ਦੇ ਵਿੱਚ ਉਹਨਾਂ ਨੇ ਡਾਇਰੈਕਸ਼ਨ ਫਾਈਂਡ ਆਊਟ ਕਰਨੀ ਸੀ ਕਿ ਨੌਰਥ ਕਿੱਥੇ ਹੈ, ਸਾਊਥ ਕਿੱਥੇ ਹੈ, ਈਸਟ ਜਾਂ ਵੈਸਟ। ਉਸ ਪਰਪਸ ਦੇ ਲਈ ਉਹ ਉਸ ਮੈਗਨੈਟਿਕ ਕੰਪਸ ਦਾ ਯੂਜ਼ ਕਰਦੇ ਸੀ। ਬਟ ਸਟ੍ਰੇਂਜ ਥਿੰਗ ਇਹ ਹੈ, ਉਸ ਟਾਈਮ ਇਹ ਨਹੀਂ ਪਤਾ ਸੀ ਕਿ ਜਿਹੜੀ ਇਹ ਮੈਗਨੈਟਿਕ ਕੰਪਸ ਹੈ ਇਹ ਡਾਇਰੈਕਸ਼ਨ ਦੱਸਦੀ ਕਿਵੇਂ ਹੈ। ਡਾਇਰੈਕਸ਼ਨ ਉਹ ਸਾਨੂੰ ਦੱਸ ਰਹੀ ਸੀ, ਬਟ ਇਹ ਕਲੀਅਰ ਨਹੀਂ ਸੀ ਕਿ ਇਹ ਡਾਇਰੈਕਸ਼ਨ ਕਿਵੇਂ ਦੱਸ ਰਹੀ ਹੈ। ਠੀਕ, ਜਿਵੇਂ ਜਿਵੇਂ ਡਿਸਕਵਰੀਜ਼ ਹੁੰਦੀਆਂ ਗਈਆਂ ਅਬਾਊਟ 500 years ਬੈਕ, ਇਹ ਪਤਾ ਲੱਗਿਆ ਕਿ ਜਿਹੜੀ ਮੈਗਨੈਟਿਕ ਕੰਪਸ ਹੈ ਇਹ ਇਸ ਕਰਕੇ ਡਾਇਰੈਕਸ਼ਨ ਦੱਸਦੀ ਹੈ ਕਿਉਂਕਿ ਜਿਹੜੀ ਸਾਡੀ ਅਰਥ ਹੈ ਉਹ ਇਟਸੈਲਫ ਇੱਕ ਹਿਊਜ ਮੈਗਨੇਟ ਹੈ। ਕਿਉਂਕਿ ਅਰਥ ਇੱਕ ਹਿਊਜ ਮੈਗਨੇਟ ਹੈ, ਇਸ ਲਈ ਜਿਹੜੀ ਇਹ ਮੈਗਨੈਟਿਕ ਕੰਪਸ ਸੀ ਉਹ ਸਾਨੂੰ ਦੱਸ ਰਹੀ ਸੀ ਕਿ ਡਾਇਰੈਕਸ਼ਨ ਕਿਹੜੀ ਹੈ, ਨਾਰਥ, ਸਾਊਥ, ਈਸਟ, ਵੈਸਟ ਕਿੱਥੇ ਹੈ। ਕਲੀਅਰ? ਸੋ ਇਹ ਸੀ ਇੱਕ ਛੋਟਾ ਜਿਹਾ ਆਈਡੀਆ ਕਿ ਮੈਗਨੇਟਸ ਕੀ ਹੁੰਦੀਆਂ ਨੇ ਤੇ ਇਹ ਕਿੱਥੋਂ ਓਰੀਜਨ ਹੋਇਆ ਇਹਨਾਂ ਦਾ ਤੇ ਨਾਮ ਇਹਨਾਂ ਨੂੰ ਮੈਗਨੇਟ ਕਿਉਂ ਦਿੱਤਾ ਗਿਆ। ਕੁਇਕਲੀ ਅਸੀਂ ਥੋੜਾ ਜਿਹਾ ਆਈਡੀਆ ਲੈ ਲਈਏ ਕਿ ਜਿਹੜੀ ਮੈਗਨੇਟ ਹੈ ਉਹਦੀਆਂ ਕੀ ਪ੍ਰੋਪਰਟੀਜ਼ ਨੇ। ਮੈਂ ਉਹਨਾਂ ਦੀਆਂ ਪ੍ਰੋਪਰਟੀਜ਼ ਤੁਹਾਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਮੈਂ ਤੁਹਾਨੂੰ ਦੱਸੂੰਗੀ ਉਹਨਾਂ ਦੀਆਂ ਪ੍ਰੋਪਰਟੀਜ਼। ਸਾਈਡ ਬਾਏ ਸਾਈਡ ਅਸੀਂ ਜਿਹੜੀਆਂ ਇਲੈਕਟ੍ਰਿਕ ਚਾਰਜ ਦੀਆਂ ਪ੍ਰੋਪਰਟੀਜ਼ ਸੀ ਉਹਨਾਂ ਦੇ ਨਾਲ ਕੰਪੈਰੀਜ਼ਨ ਵੀ ਕਰਾਂਗੇ ਤਾਂ ਕਿ ਸਾਨੂੰ ਇਹ ਕਲੀਅਰ ਹੋ ਜਾਏ ਕਿ ਮੈਗਨੇਟ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ, ਇੱਕ ਤਾਂ ਉਹ ਕਲੀਅਰ ਹੋ ਜਾਣਗੀਆਂ, ਦੂਸਰਾ ਜਿਹੜਾ ਉਹਨਾਂ ਦਾ ਡਿਫਰੈਂਸ ਹੈ ਉਹਨੂੰ ਅਲੱਗ ਤੋਂ ਕਰਨ ਦੀ ਬਜਾਏ ਇੱਥੇ ਹੀ ਨਾਲ ਨਾਲ ਕਰਦੇ ਹਾਂ। ਇੱਕ ਤਾਂ ਡਿਫਰੈਂਸ ਕਲੀਅਰ ਹੋ ਜਾਏਗਾ, ਦੂਸਰਾ ਮੈਗਨੇਟ ਦੀਆਂ ਪ੍ਰੋਪਰਟੀਜ਼ ਕਲੀਅਰ ਹੋ ਜਾਣਗੀਆਂ। ਸਭ ਤੋਂ ਪਹਿਲੀ ਪ੍ਰੋਪਰਟੀ ਹੈ ਮੈਗਨੇਟ ਦੀ ਕਿ ਮੈਗਨੇਟ ਦੇ ਵਿੱਚ ਦੋ ਪੋਲਸ ਹੁੰਦੇ ਨੇ, ਨੌਰਥ ਪੋਲ ਐਂਡ ਸਾਊਥ ਪੋਲ। ਠੀਕ, ਕੋਈ ਵੀ ਮੈਗਨੇਟ ਹੈ, ਮੈਗਨੇਟ ਦੇ ਵਿੱਚ ਦੋ ਪੋਲ ਹੋਣਗੇ, ਨੌਰਥ ਐਂਡ ਸਾਊਥ। ਹੁਣ ਅਗਰ ਕੋਈ ਪਰਸਨ ਇਸ ਮੈਗਨੇਟ ਨੂੰ ਤੋੜ ਰਿਹਾ ਹੈ, ਸੈਂਟਰ ਤੋਂ ਅਸੀਂ ਹਾਫ ਕਰ ਰਹੇ ਹਾਂ, ਤਾਂ ਕੀ ਹੋਏਗਾ? ਇਹ ਨਹੀਂ ਹੈ ਕਿ ਇਹ ਨੌਰਥ ਬਣ ਜਾਏਗਾ ਸਿੰਪਲੀ ਔਰ ਇਹ ਪਾਰਟ ਕੀ ਹੋ ਜਾਏਗਾ, ਸਾਊਥ। ਨੋ, ਮੈਗਨੇਟਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਔਰ ਇਹ ਬਹੁਤ ਹੀ ਸਟ੍ਰੇਂਜ ਹੈ। ਤੁਸੀਂ ਕਿਸੇ ਵੀ ਮੈਗਨੇਟ ਨੂੰ ਕਿੰਨੇ ਵੀ ਪੀਸਿਸ ਦੇ ਵਿੱਚ ਕੱਟ ਕਰ ਲਓ, ਸਪੋਜ਼ ਇਹ ਫੁੱਲ ਪੀਸ ਹੈ ਮੈਗਨੇਟ ਦਾ, ਇਸ ਨੂੰ ਅਸੀਂ ਇਸ ਪਾਰਟ ਤੋਂ ਕੱਟ ਕਰ ਦਿੱਤਾ, ਠੀਕ ਹੈ, ਮੀਨਸ ਇੱਥੋਂ ਅਸੀਂ ਇਸ ਨੂੰ ਕੱਟ ਕਰ ਦਿੱਤਾ, ਤਾਂ ਕੀ ਹੋਏਗਾ? ਜਦੋਂ ਅਸੀਂ ਇੱਥੇ ਕੱਟ ਕਰਾਂਗੇ ਤਾਂ ਇਹ ਨੌਰਥ ਹੈ, ਇੱਥੇ ਸਾਊਥ ਪੋਲ ਡਿਵੈਲਪ ਹੋ ਜਾਏਗਾ ਤੇ ਦੂਸਰਾ ਹਿੱਸਾ ਜਿਹੜਾ ਇਹ ਪਾਰਟ ਹੈ ਇਹ ਕੀ ਬਣ ਜਾਏਗਾ, ਅਗੇਨ ਇੱਥੇ ਨੌਰਥ ਔਰ ਇੱਥੇ ਸਾਊਥ ਆ ਜਾਏਗਾ। ਇਸੇ ਤਰ੍ਹਾਂ ਤੁਸੀਂ ਪੂਰੀ ਮੈਗਨੇਟ ਨੂੰ ਕਿੰਨੇ ਮਰਜ਼ੀ ਪਾਰਟਸ ਦੇ ਵਿੱਚ ਸੈਪਰੇਟ ਕਰ ਲਓ, you will always get two poles, one is north pole and one is south pole। ਕਦੀ ਵੀ ਅੱਜ ਤੱਕ ਕਿਸੇ ਵੀ ਪਰਸਨ ਨੇ ਇੰਡੀਵਿਜੂਅਲ ਨਾਰਥ ਪੋਲ ਤੇ ਇੰਡੀਵਿਜੂਅਲ ਸਾਊਥ ਪੋਲ ਨਹੀਂ ਦੇਖਿਆ ਔਰ ਇਹ ਇਸ ਨੂੰ ਇਲੈਕਟ੍ਰਿਕ ਚਾਰਜ ਤੋਂ ਡਿਫਰੈਂਸ਼ੀਏਟ ਕਰਦਾ ਹੈ ਕਿਉਂਕਿ
ਇਲੈਕਟ੍ਰਿਕ ਚਾਰਜ ਦੇ ਵਿੱਚ ਸਾਨੂੰ ਪਤਾ ਹੈ ਦੋ ਤਰ੍ਹਾਂ ਦੇ ਚਾਰजेस ਹੁੰਦੇ ਨੇ, ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ। ਪੋਜ਼ਿਟਿਵ ਚਾਰਜ ਐਂਡ ਨੈਗੇਟਿਵ ਚਾਰਜ। बट इन केस ऑफ मैग्नेट्स की होएगा, हमेशा साडे कोल दोनों पोल्स साथ नाल रहेंगे, नॉर्थ और साउथ। तुसी कितना भी छोटा स्मॉल तो स्मॉल मैग्नेटिक पीस है मैग्नेट दा, ओदे विच दो ही पोल्स होंगे, वन इज नॉर्थ पोल एंड अनदर इज साउथ पोल। सो फर्स्ट डिफरेंस यही है बिटवीन मैग्नेट एंड इलेक्ट्रिक चार्ज। मैग्नेट एंड इलेक्ट्रिक चार्ज कि चार्जेस नू इंडिविजुअल हो सकते ने, पॉजिटिव अलग और नेगेटिव अलग, बट जिहड़े पोल्स ने मैग्नेट दे ओह आइसोलेटेड नहीं होंदे, हमेशा दोनों पोल्स इकट्ठे ही एग्जिस्ट करते ने, नॉर्थ एंड साउथ। सेकेंड थिंग की है कि मैग्नेटिक मटीरियल है, मैग्नेट है, ठीक है, ਉਹ ਕੁਝ ਇੱਕ ਮਟੀਰੀਅਲਸ ਨੂੰ ਆਪਣੀ ਤਰਫ ਅਟਰੈਕਟ ਕਰਦਾ ਹੈ। ਅਦਰਵਾਈਜ਼ ਮੈਜੋਰਿਟੀ ਆਫ ਮਟੀਰੀਅਲਸ ਦੇ ਲਈ ਉਹ ਨਿਊਟਰਲ ਹੈ, ਨਾ ਅਟਰੈਕਸ਼ਨ ਤੇ ਨਾ ਰਿਪਲਸ਼ਨ। ਜਿਵੇਂ ਅਸੀਂ ਆਇਰਨ ਦੀ ਐਗਜ਼ਾਮਪਲ ਲੈ ਸਕਦੇ ਹਾਂ ਕਿ ਆਇਰਨ ਨੇਲਸ ਨੇ, ਅਗਰ ਆਇਰਨ ਦਾ ਕੋਈ ਵੀ ਪੀਸ ਹੈ, ਅਗਰ ਅਸੀਂ ਉਸਨੂੰ ਮੈਗਨੇਟ ਦੇ ਕੋਲ ਲੈ ਕੇ ਆਵਾਂਗੇ ਤਾਂ ਉਹ ਉਸਨੂੰ ਅਟਰੈਕਟ ਕਰੇਗਾ। ਬਟ अगर कोई होर मटीरियल है, ज़रूरी नहीं कि मैग्नेट उसनू अट्रैक्ट करे या रिपेल करे, ये न्यूट्रल है, ठीक। सो इट अट्रैक्ट ओनली सर्टन मटीरियल्स, ठीक। मेजॉरिटी ऑफ मटीरियल्स दे लिए ये न्यूट्रल है, क्लियर। बट अगर असी इलैक्ट्रिक चार्ज की गल करिए तो पॉजिटिव चार्ज सानू पता है कि जो फर्स्ट यूनिट के विच असीं स्टडी किया है कि पॉजिटिव चार्ज है तो वह नैगेटिव नू अट्रैक्ट करेगा, अगर नैगेटिव चार्ज है तो वह पॉजिटिव नू अट्रैक्ट करेगा, अगर सिमिलर चार्जिज ने तो वह एक दूसरे नू रिपेल करेंगे, क्लियर। बट जिहड़ी मैगनेटिक अट्रैक्शन है ये फिनोमिना आपां इलैक्ट्रिक चार्जिज दे लई भी देख सकते हैं, तो उस कॉन्सैप्ट नू असीं नाम दिता होया है अट्रैक्शन बाय पोलराइजेशन। बाय पोलराइजेशन, अट्रैक्शन बाय पोलराइजेशन का कॉन्सैप्ट की है, बहुत ही सिंपल है कि अगर असी कोई रॉड लीए, पॉजिटिव चार्ज उस रॉड के उपर है, ठीक, कोई ऐसी पीस ऑफ पेपर न्यूट्रल पेपर है, अगर असी इसको पॉजिटिवली चार्ज रॉड के नज़दीक लैके आवांगे तो की होएगा, इस हिस्से के ऊपर नेगेटिव चार्ज डिवेलप हो जाएगा, क्योंकि सानू पता है कि अपोजिट चार्जेस अट्रैक्ट करते हैं, तो की होएगा, यह पेपर इस रॉड के नाल अट्रैक्ट होएगा। तो इस तरह इसनू नाम दिता जाता है अट्रैक्शन बाय पोलराइजेशन। सिमिलरली अगर नेगेटिवली चार्ज रॉड है और असी उसनू पीस ऑफ पेपर के नज़दीक लैके आइए तो अपर पार्ट के ऊपर पॉजिटिव चार्ज डिवेलप हो जाएगा और ये रॉड इस पेपर नू अट्रैक्ट करेगी, क्लियर। हुण अगर तुसी इस दोनों पॉइंट्स नू ध्यान नाल देखा है तो इत्थे एक डिफरेंस है, बहुत ही मेजर डिफरेंस है। की डिफरेंस है कि मैं इत्थे लिखे सर्टन मटीरियल्स, कुछ एक मटीरियल्स ही ऐसे ने जिन्होंने मैगनेट अपनी तरफ अट्रैक्ट करती है, बाकी सारे मटीरियल्स दे लई मैगनेट की है न्यूट्रल हुंदी है, मीनस नो अट्रैक्शन नो रिपल्शन। बट अगर असी गल करिए इन केस ऑफ इलैक्ट्रिक चार्जेस, उत्थे की हो रहा है, उत्थे कोई भी न्यूट्रल मटीरियल है बट ड्यू टू पोलराइजेशन ਉਹਦੇ अपर पार्ट ਤੇ डिफरेंट काइंड ऑफ चार्जेस डिवेलप हो जाएंगे जिहदे नाल ओह उसदे टुवर्ड अट्रैक्ट हो जाएंगे। सो हुण तक असी डिफरेंस दे दो पॉइंट्स नू स्टडी किया है। फर्स्ट कि जो पोल्स ने ओह कभी भी अलग नहीं हो सकते, हमेशा नॉर्थ ते साउथ पोल ने जेड़े वो इकट्ठे ही आएंगे, चार्जेस सैपरेट असी देख सकते हैं, पॉजिटिव चार्ज अलग और नैगेटिव अलग। और सेकेंड पॉइंट की है कि जेड़े मैगनेट्स ने वो कुछ मटीरियल्स नू अट्रैक्ट करते हैं, बाकियां दे लई न्यूट्रल ने। बट इन केस ऑफ इलैक्ट्रिक चार्ज असी जिहड़ा कॉन्सैप्ट यूज़ करते हैं अट्रैक्शन बाय पोलराइजेशन, उत्थे कोई भी न्यूट्रल मटीरियल है जिहड़ा वो अट्रैक्ट हो सकता है।
तीसरा पॉइंट असी गल करांगे, हुणी मैं जो लैक्चर स्टार्ट किया सी उदों तुहानूं दस्सिया सी कि जिहड़ी साडी अर्थ है वो एक ह्यूज मैगनेट की तरह बिहेव करती है। ठीक है, इसे तो इस नॉलेज नूं जदों तक सानूं नहीं पता सी उदों तक असी मैगनेटिक कंपस किवें डायरैक्शन दस रही है वो नहीं दस सकते सीगे। क्लीयर, बट किस तरह साडी जिहड़ी अर्थ है वो मैगनेट दी एक्सिस ते जिहड़ी अर्थ दी एक्सिस है वो किवें डिफर करदियां ने उसनूं जानना बहुत ज़रूरी है। उस कॉन्सैप्ट नूं देखदे हां थर्ड पॉइंट दे विच कि जिहड़ी अर्थ है असी कह रहे हां कि थर्ड पॉइंट की है, अर्थ एक मैगनेट की तरह बिहेव करती है। अर्थ की एक्सिस है ये नॉर्थ पोल, ये साउथ पोल। जो ये एक्सिस है इसनूं असी नाम दिंदे हां जियोग्राफिकल एक्सिस। क्लियर, और एन की है जियोग्राफिकल नॉर्थ पोल। जियोग्राफिकल नॉर्थ पोल। इसी तरह जो एस है ए की है जियोग्राफिकल साउथ पोल। क्लियर, हुण अगर असी एक मैगनेट अर्थ के सरफेस पे है, एक चीज़ हमेशा ध्यान रखियो, जिहड़ी मैगनेट है तुसी कोई भी मैगनेट नूं अगर फ्रीली सस्पेंड करो तो ये मैगनेट की एक्सिस बनेगी। क्लियर, इसनूं असी कहने आ मैगनेटिक एक्सिस। और ए की है मैग्नेटिक साउथ पोल। ठीक, सिमिलरली एक ही है नॉर्थ पोल। तो एक चीज हमेशा नोटिस रखो, जेडी मैग्नेट है उसका साउथ पोल जियोग्राफिकल नॉर्थ पोल दे क्लोज होएगा और जेड़ा जियोग्राफिकल साउथ पोल है वो मैग्नेट दे नॉर्थ पोल दे क्लोज होएगा। दूसरी चीज सेकेंड थिंग की है उन्हें नोटिस करने वाली कि जेड़ियां दोनों एक्सिस ने मीन्स जियोग्राफिकल एक्सिस एंड मैग्नेटिक एक्सिस, दोनों एक्सिस आपस विच पैरेलल नहीं हैं। दोनों दे विच हमेशा कुछ ना कुछ एंगल बनेगा। आई रिपीट, इत्थे मैं दो चीज़ां दसियां ने और दोनों बहुत ही इंपॉर्टेंट ने कि जेड़ी मैग्नेट है ओदा साउथ पोल जियोग्राफिकल नॉर्थ पोल दे क्लोज होएगा और साउथ पोल नॉर्थ पोल ऑफ द मैग्नेट दे क्लोज होएगा। दूसरी चीज जियोग्राफिकल एक्सिस ते मैग्नेटिक एक्सिस दोनों आपस दे विच पैरेलल नहीं हैं, दोनों दे विच हमेशा कुछ ना कुछ एंगल रहेगा। क्लियर, ए सी मैग्नेट दी गल। क्लियर, हुण असी चौथा ते बहुत इंपॉर्टेंट पॉइंट जिहड़ा कि साडा मैग्नेटिज्म चैप्टर दा स्टार्टिंग पॉइंट है उसनों डिस्कस करना है। ते बहुत सारिया रिसर्च इंटरव्यूज़ दे विच एक क्वेश्चन मोस्ट ऑफ द टाइम पूछा जाता है और इसका आंसर 50% स्टूडेंट्स गलत दिंदे ने। सिंपल जी चीज़ है, असी कह रहे हैं कि मैग्नेट की है, मैग्नेट दे दो पोल ने, नॉर्थ पोल है साउथ पोल है। दूसरे पासे असी गल कर रहे हैं चार्ज की कि चार्ज दे विच की है पॉजिटिव चार्ज ने ते नेगेटिव चार्ज है। ठीक, एक साडे कोल मैग्नेटिक निडल है। हुण क्वेश्चन ये है कि अगर तुहाडे कोल एक मैग्नेटिक निडल है और दूसरे पासे तुहाडे कोल एक पॉजिटिवली चार्ज्ड रॉड है, सिंपल जी चीज़ है, रॉड है जिहदे ऊपर पॉजिटिव चार्ज है, सिंपल, और यह मैग्नेटिक निडल है, एक नॉर्थ है साइड दूसरा साउथ है। क्वेश्चन ये है कि अगर असी इस पॉजिटिवली चार्ज रॉड नू इस मैग्नेटिक निडल दे क्लोज लेके आवांगे तो यह निडल क्लॉकवाइज मूव करेगी, एंटी क्लॉकवाइज मूव करेगी या इसके ऊपर कोई इफेक्ट नहीं होएगा। रिसर्च इंटरव्यूज दे विच एक क्वेश्चन मेनली पूछा जाता है और बहुत सारे आंसर गलत ही दिते हैं।
ਹੁਣੇ ਅਸੀਂ ਚਾਰਜ, ਇਸੇ ਲਈ ਮੈਂ ਤੁਹਾਨੂੰ ਡਿਫਰੈਂਸ਼ੀਏਟ ਕਰਕੇ ਦੋਨਾਂ ਸਾਈਡਸ ਤੇ ਮੈਗਨੇਟ ਤੇ ਇਲੈਕਟ੍ਰਿਕ ਚਾਰਜ ਦੋਨਾਂ ਨੂੰ ਡਿਫਰੈਂਸ਼ੀਏਟ ਕਰਕੇ ਦੱਸਿਆ ਨੇ ਪੁਆਇੰਟਸ, ਤਾਂ ਕਿ ਤੁਸੀਂ ਵਿਜ਼ੂਅਲਾਈਜ਼ ਕਰ ਸਕੋ ਹਰ ਇੱਕ ਪੁਆਇੰਟ ਨੂੰ, ਕਿਉਂਕਿ ਮੈਗਨੇਟਿਜ਼ਮ ਮੋਸਟ ਆਫ ਦਾ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ +2 ਦੇ ਵਿੱਚ ਕਿ ਇਹ ਚੈਪਟਰ ਬਹੁਤ ਟਫ ਹੈ, ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਡੈਰੀਵੇਸ਼ਨਸ ਨੇ, ਬਹੁਤ ਸਾਰੇ ਨਿਊ ਕਨਸੈਪਟ ਨੇ। ਦੇਖੋ ਨਿਊ ਕੁਝ ਵੀ ਨਹੀਂ ਹੈ, ਸਿਰਫ ਅੰਡਰਸਟੈਂਡ ਕਰਨ ਦੀ ਗੱਲ ਹੈ। ਜੋ ਤੁਸੀਂ ਫਸਟ ਯੂਨਿਟ ਦੇ ਵਿੱਚ ਪੜ੍ਹ ਚੁੱਕੇ ਹੋ ਉਸੇ ਚੀਜ਼ ਨੂੰ ਅਸੀਂ ਰਿਪੀਟ ਕਰਨਾ ਹੈ, ਬਟ ਫਰਕ ਕੀ ਆ ਜਾਏਗਾ ਕਿ ਪ੍ਰੋਪਰਟੀਜ਼ ਚੇਂਜ ਹੋ ਜਾਂਦੀਆਂ ਨੇ। ਜੋ ਅਸੀਂ ਇਲੈਕਟ੍ਰਿਕ ਚਾਰਜ ਦੀਆਂ ਪ੍ਰੋਪਰਟੀਜ਼ ਪੜ੍ਹੀਆਂ ਨੇ, ਜਿਵੇਂ ਜਿਵੇਂ ਉਹ ਮੈਗਨੇਟਿਜ਼ਮ ਦੇ ਵਿੱਚ ਮੈਗਨੇਟ ਦੀਆਂ ਪ੍ਰੋਪਰਟੀਜ਼ ਉਹਨਾਂ ਨਾਲ ਚੇਂਜ ਹੋ ਗਈਆਂ, ਉਸੇ ਤਰ੍ਹਾਂ ਉਹਨਾਂ ਦਾ ਕਨਸੈਪਟ ਡਿਫਰ ਕਰੇਗਾ। ਠੀਕ ਹੈ, ਹੁਣ ਇਲੈਕਟ੍ਰਿਕ ਚਾਰਜ ਦੇ ਵਿੱਚ ਮੈਂ ਤੁਹਾਨੂੰ ਹੁਣੇ ਕਨਸੈਪਟ ਪੜ੍ਹਾ ਕੇ ਚੁੱਕੀ ਹਾਂ, ਅਟਰੈਕਸ਼ਨ ਬਾਏ ਪੋਲਰਾਈਜੇਸ਼ਨ। ਉੱਥੇ ਕੀ ਸੀਗਾ, ਅਗਰ ਅਸੀਂ ਇੱਕ ਨਿਊਟਰਲ ਪੇਪਰ ਦੇ ਕੋਲ ਇੱਕ ਰੋਡ ਲੈ ਕੇ ਆ ਰਹੇ ਸੀ, ਪੋਜ਼ਿਟਿਵਲੀ ਚਾਰਜ ਰੋਡ, ਤਾਂ ਉਹ ਉਸ ਵੱਲ ਅਟਰੈਕਟ ਹੋ ਰਿਹਾ ਸੀ। ਇਹੀ ਚੀਜ਼ ਪੜ੍ਹਾਈ ਹੈ ਮੈਂ ਤੁਹਾਨੂੰ। ਹੁਣ ਸੇਮ ਥਿੰਗ ਹੈ, ਹੁਣ ਇੱਥੇ ਸਾਡੇ ਕੋਲ ਮੈਗਨੈਟਿਕ ਕੰਪਸ ਹੈ, ਇਹ ਪੋਜ਼ਿਟਿਵਲੀ ਚਾਰਜਡ ਰੋਡ ਹੈ, ਸੇਮ ਥਿੰਗ ਹੈ। ਤਾਂ ਕੁਐਸਚਨ ਇਹ ਹੈ ਕਿ ਜਦੋਂ ਅਸੀਂ ਇਸ ਰੋਡ ਨੂੰ ਇਸ ਕੰਪਸ ਦੇ ਨਜ਼ਦੀਕ ਲੈ ਕੇ ਆਵਾਂਗੇ ਤਾਂ ਕੀ ਹੋਣਾ ਚਾਹੀਦਾ ਹੈ? ਕਿ ਇਹ ਕਲੌਕਵਾਈਜ਼ ਮੂਵ ਕਰੇਗੀ, ਕਿ ਇਹ ਐਂਟੀ ਕਲੌਕਵਾਈਜ਼ ਮੂਵ ਕਰੇਗੀ, ਜਾਂ ਥਰਡ ਆਪਸ਼ਨ ਇਸ ਦੇ ਉੱਪਰ ਕੋਈ ਇਫੈਕਟ ਨਹੀਂ ਪਏਗਾ? ਆਨਸਰ ਹੈ ਕਿ ਇਸ ਦੇ ਉੱਪਰ ਕੋਈ ਇਫੈਕਟ ਨਹੀਂ ਹੋਏਗਾ। हाँ, ਇਹ ਚੀਜ਼ ਹੋ ਸਕਦੀ ਹੈ ਕਿ ਚਾਰजेस ਦੀ ਵਜ੍ਹਾ ਨਾਲ ਇਹਦਾ ਥੋੜਾ ਜਿਹਾ ਡਿਸਟਰਬੈਂਸ ਹੋਏ, ਬਟ ਕਿਉਂਕਿ ਉਹ ਡਿਸਟਰਬੈਂਸ ਦੋਨੋਂ ਸਾਈਡਸ ਨੌਰਥ ਔਰ ਸਾਊਥ ਲਈ ਹੈ, ਤਾਂ ਉਹ ਆਪਸ ਦੇ ਵਿੱਚ ਬੈਲੈਂਸ ਹੋ ਜਾਏਗੀ ਔਰ ਅਲਟੀਮੇਟਲੀ ਇਸ ਨੀਡਲ ਦੇ ਉੱਪਰ ਕੋਈ ਇਫੈਕਟ ਨਹੀਂ ਪਏਗਾ। ਔਰ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਅਗਰ ਆਇਰਨ ਦਾ ਕੋਈ ਪੀਸ ਹੈ ਔਰ ਮੈਗਨੇਟ ਦਾ ਨੌਰਥ ਪੋਲ ਉਸ ਨੂੰ ਅਟਰੈਕਟ ਕਰ ਰਿਹਾ ਹੈ, ਤਾਂ ਅਗਰ ਮੈਂ ਮੈਗਨੇਟ ਦਾ ਸਾਊਥ ਪੋਲ ਆਇਰਨ ਦੇ ਪੀਸ ਦੇ ਕੋਲ ਲੈ ਕੇ ਜਾਵਾਂ, ਕਿ ਉਹ ਉਸ ਨੂੰ ਅਟਰੈਕਟ ਕਰੇਗਾ ਜਾਂ ਰਿਪੈਲ ਕਰੇਗਾ? ਇਲੈਕਟ੍ਰਿਕ ਚਾਰजेस ਦੇ ਵਿੱਚ ਇਹ ਚੀਜ਼ ਡਿਫਰ ਕਰਦੀ ਹੈ, ਕਿਉਂਕਿ ਉੱਥੇ ਦੋ ਤਰ੍ਹਾਂ ਦੇ ਚਾਰजेस ਨੇ, ਪੋਜ਼ਿਟਿਵ ਔਰ ਨੈਗੇਟਿਵ। ਬਟ ਫਸਟ ਪੁਆਇੰਟ ਮੈਂ ਤੁਹਾਨੂੰ ਮੈਗਨੇਟ ਦੀਆਂ ਪ੍ਰੋਪਰਟੀਜ਼ ਦਾ ਇਹੀ ਪੜ੍ਹਾਇਆ ਹੈ ਕਿ ਕੋਈ ਵੀ ਪਰਸਨ ਮੈਗਨੇਟ ਦੇ ਦੋਨੋਂ ਪੋਲਸ ਨੂੰ ਸੈਪਰੇਟਲੀ ਨਹੀਂ ਦੇਖ ਪਾਇਆ। ਦੈਟ ਮੀਨਸ ਦੋਨੋਂ ਪੋਲਸ ਨਾਲ ਨਾਲ ਰਹਿੰਦੇ ਨੇ। ਤਾਂ ਅਗਰ ਨੌਰਥ ਪੋਲ ਆਇਰਨ ਨੇਲ ਨੂੰ ਅਟਰੈਕਟ ਕਰ ਰਿਹਾ ਹੈ, ਤਾਂ ਸਾਊਥ ਪੋਲ ਵੀ ਆਇਰਨ ਨੇਲ ਨੂੰ ਅਟਰੈਕਟ ਕਰੇਗਾ। ਸਿਮਿਲਰਲੀ ਜਦੋਂ ਅਸੀਂ ਇੱਕ ਪੋਜ਼ਿਟਿਵਲੀ ਚਾਰਜਡ ਰੋਡ ਨੂੰ ਇੱਕ ਨੀਡਲ ਮੈਗਨੈਟਿਕ ਕੰਪਸ ਦੇ ਕੋਲ ਲੈ ਕੇ ਆਵਾਂਗੇ, ਤਾਂ ਇਸ ਦੇ ਉੱਪਰ ਕੋਈ ਇਫੈਕਟ ਨਹੀਂ ਪਏਗਾ, ਨਾ ਹੀ ਕਲੌਕਵਾਈਜ਼ ਮੂਵ ਕਰੇਗੀ, ਨਾ ਹੀ ਐਂਟੀ ਕਲੌਕਵਾਈਜ਼ ਮੂਵ ਕਰੇਗੀ, ਇਹਦੇ ਉੱਪਰ ਕੋਈ ਇਫੈਕਟ ਨਹੀਂ ਹੋਏਗਾ। ਸੋ ਇਹ ਚਾਰ ਜਿਹੜੀਆਂ ਨੇ ਮੇਜਰ ਪੁਆਇੰਟਸ ਨੇ ਮੈਗਨੇਟ ਦੀ ਪ੍ਰੋਪਰਟੀਜ਼ ਦੇ, ਜਿਸ ਨੂੰ ਅਸੀਂ ਯੂਜ਼ ਕਰਾਂਗੇ ਆਪਣੇ ਚੈਪਟਰ ਦੇ ਵਿੱਚ, ਜਦੋਂ ਇਹਨਾਂ ਕਨਸੈਪਟ ਨੂੰ ਅਸੀਂ ਡੈਰੀਵੇਸ਼ਨਸ ਦੇ ਵਿੱਚ ਯੂਜ਼ ਕਰਾਂਗੇ। ਕਲੀਅਰ? ਸੋ ਹੁਣ ਤੱਕ ਅਸੀਂ ਇਹ ਦੇਖਿਆ ਕਿ ਜਿਹੜੇ ਮੈਗਨੇਟ ਹੈ ਉਹ ਕਿੱਥੋਂ ਓਰੀਜਨੇਟ ਹੋਈ ਤੇ ਇਹਦੀਆਂ ਪ੍ਰੋਪਰਟੀਜ਼ ਕੀ ਨੇ। ਠੀਕ ਹੈ, ਬਟ ਹੌਲੀ ਹੌਲੀ ਜਦੋਂ ਡਿਵੈਲਪਮੈਂਟ ਹੁੰਦੀ ਗਈ ਤਾਂ 1820 ਦੇ ਵਿੱਚ ਡੈਨਿਸ਼ ਫਿਜ਼ਿਸਟ ਸੀਗੇ ਅਰਸਟ, ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ, ਬਹੁਤ ਹੀ ਸਿੰਪਲ ਐਕਸਪੈਰੀਮੈਂਟ। ਹੀ ਵਾਜ਼ ਡੂਇੰਗ ਵਿਦ ਅ ਵਾਇਰ, ਸਿੰਪਲੀ ਇੱਕ ਵਾਇਰ, ਕਿਉਂਕਿ ਫਿਜ਼ਿਕਸ ਹੈ ਜਿਹੜੀ ਉਹ ਸਿੰਪਲ ਹੈ। ਬਹੁਤ ਹੀ ਸਿੰਪਲ ਐਕਸਪੈਰੀਮੈਂਟਸ ਜਿਹੜੇ ਕਿ ਤੁਸੀਂ ਡੇਲੀ ਲਾਈਫ ਦੇ ਵਿੱਚ ਕਰਦੇ ਹੋ, ਬਟ ਉਹਨਾਂ ਐਕਸਪੈਰੀਮੈਂਟਸ ਤੋਂ ਹੀ ਸਾਨੂੰ ਬਹੁਤ ਕੁਝ ਆਊਟਕਮ ਮਿਲਦੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਆਬਜ਼ਰਵ ਕਰੋ। ਸਿੰਪਲੀ ਇੱਕ ਵਾਇਰ ਹੈ AB, ਠੀਕ, ਇੱਥੇ ਮੈਗਨੈਟਿਕ ਨੀਡਲ ਹੈ। ਅਰਸਟ ਨੇ ਕੀ ਆਬਜ਼ਰਵ ਕੀਤਾ ਕਿ ਜਦੋਂ ਵੀ ਇਸ ਵਾਇਰ ਦੇ ਵਿੱਚੋਂ ਕਰੰਟ ਪਾਸ ਕਰਦਾ ਹੈ ਤਾਂ ਜਿਹੜੀ ਇਹ ਨੀਡਲ ਹੈ ਇਹ ਮੂਵ ਕਰਦੀ ਹੈ। ਵੈਰੀ ਸਿੰਪਲ ਐਕਸਪੈਰੀਮੈਂਟ। ਜਦੋਂ ਵੀ ਇਸ ਵਾਇਰ ਦੇ ਵਿੱਚੋਂ ਕਰੰਟ ਫਲੋ ਕਰੇਗਾ ਔਰ ਤਾਂ ਇਹ ਨੀਡਲ ਹੈ ਜਿਹੜੀ ਇਹ ਮੂਵ ਕਰ ਰਹੀ ਸੀ। ਇਹ ਚੀਜ਼ ਬਹੁਤ ਸਟ੍ਰੇਂਜ ਸੀ, ਬਹੁਤ ਜ਼ਿਆਦਾ ਸਟ੍ਰੇਂਜ। ਕਿਉਂ ਸਟ੍ਰੇਂਜ ਸੀ? ਤੁਸੀਂ ਆਪਣੇ ਦਿਮਾਗ ਤੇ ਥੋੜਾ ਜਿਹਾ ਜ਼ੋਰ ਪਾ ਕੇ ਦੇਖੋ। ਹੋ ਕੀ ਰਿਹਾ ਹੈ ਕਿ ਵਾਇਰ ਦੇ ਵਿੱਚੋਂ ਕਰੰਟ ਪ੍ਰੋਡਿਊਸ ਹੋ ਰਿਹਾ ਹੈ। ਜਦੋਂ ਵੀ ਕਰੰਟ ਫਲੋ ਕਰ ਰਿਹਾ ਹੈ ਉਸ ਟਾਈਮ ਤੇ ਜਿਹੜੀ ਇਹ ਨੀਡਲ ਹੈ ਇਹ ਮੂਵ ਕਰ ਰਹੀ ਹੈ। ਇਸ ਐਕਸਪੈਰੀਮੈਂਟ ਨੇ ਦੋ ਚੀਜ਼ਾਂ, ਦੋ ਪੁਆਇੰਟਸ ਨੇ ਜਿਹੜੇ ਉਹਨਾਂ ਨੂੰ ਪਿਕਚਰ ਦੇ ਵਿੱਚ ਲੈ ਕੇ ਆਂਦਾ।
ਫਸਟ ਥਿੰਗ ਕੀ ਸੀਗੀ, ਇਸ ਪੁਆਇੰਟ ਤੋਂ, ਇਸ ਐਕਸਪੈਰੀਮੈਂਟ ਤੋਂ ਬਾਅਦ ਸਾਨੂੰ ਇਹ ਰਿਅਲਾਈਜ਼ ਹੋਣ ਲੱਗ ਗਿਆ ਕਿ देयर इज सम रिलेशन बिटवीन इलैक्ट्रिसिटी एंड मैग्नेटिज्म। इलैक्ट्रिसिटी ਜਿਹੜੀ ਕਿ ਤੁਸੀਂ ਪ੍ਰੀਵੀਅਸ ਯੂਨਿਟਸ ਦੇ ਵਿੱਚ ਪੜ੍ਹ ਕੇ ਆਏ ਹੋ, ਤੇ ਮੈਗਨੇਟਿਜ਼ਮ ਜਿਹੜਾ ਕਿ ਅਸੀਂ ਇਸ ਯੂਨਿਟ ਦੇ ਵਿੱਚ ਸਟੱਡੀ ਕਰਨਾ ਹੈ, ਦੋਨਾਂ ਦੇ ਵਿੱਚ ਕੁਛ ਨਾ ਕੁਛ ਰਿਲੇਸ਼ਨ ਹੈ। ਤੇ ਅੱਜ ਦੇ ਟਾਈਮ ਦੇ ਵਿੱਚ ਜਿਹਨੂੰ ਅਸੀਂ ਨਾਮ ਦਿੰਦੇ ਆ ਇਲੈਕਟ੍ਰੋਮੈਗਨੇਟਿਜ਼ਮ, ਉਹ ਕਿੱਥੋਂ ਸਟਾਰਟ ਹੋਇਆ? ਇਸ ਐਕਸਪੈਰੀਮੈਂਟ ਤੋਂ, ਅਰਸਟ ਦੇ ਐਕਸਪੈਰੀਮੈਂਟ ਤੋਂ, ਜੋ ਕਿ ਉਹ ਸਿੰਪਲੀ ਇੱਕ ਵਾਇਰ ਦੇ ਨਾਲ ਕਰ ਰਹੇ ਸੀ। ਇੱਕ ਸਿੰਪਲ AB ਵਾਇਰ ਦੇ ਵਿੱਚੋਂ ਜਦੋਂ ਵੀ ਕਰੰਟ ਪਾਸ ਹੋ ਰਿਹਾ ਸੀ ਤਾਂ ਇਹ ਨੀਡਲ ਹੈ ਜਿਹੜੀ ਇਹ ਮੂਵ ਕਰ ਰਹੀ ਸੀ ਸਾਈਡਵੇਜ਼। ਇਸ ਵਰਡ ਦਾ ਵੀ ਮੀਨਿੰਗ ਹੈ ਕਿ ਇਹ ਨੀਡਲ ਹੈ ਜਿਹੜੀ ਉਹ ਸਾਈਡਵੇਜ਼ ਮੂਵ ਕਰ ਰਹੀ ਸੀ। ਕਲੀਅਰ? ਦੂਸਰੀ ਚੀਜ਼ ਕੀ ਸੀ? ਦੂਸਰਾ ਪੁਆਇੰਟ ਕੀ ਆ ਰਿਹਾ ਸੀ ਮਾਈਂਡ ਦੇ ਵਿੱਚ ਕਿ ਜਦੋਂ ਵੀ ਕਰੰਟ ਫਲੋ ਹੋ ਰਿਹਾ ਹੈ, ਅਸੀਂ ਕਹਿ ਰਹੇ ਹਾਂ ਕਿ ਮੈਗਨੈਟਿਕ ਨੀਡਲ ਹੈ ਜਿਹੜੀ, ਮੀਨਸ ਉਹ ਕਦੋਂ ਮੂਵ ਕਰ ਰਹੀ ਸੀ? ਜਦੋਂ ਇਸ ਦੇ ਕੋਲ ਮੈਗਨੇਟ ਨੂੰ ਲੈ ਕੇ ਆਈ। ਠੀਕ ਹੈ, ਇਹਦਾ ਮਤਲਬ ਕੀ ਹੋਇਆ ਕਿ ਜਦੋਂ ਇਸ ਵਾਇਰ ਦੇ ਵਿੱਚ ਕਰੰਟ ਫਲੋ ਕੀਤਾ, ਇਹਦਾ ਮਤਲਬ ਕਿ ਇਹ ਵਾਇਰ ਐਜ਼ ਅ ਮੈਗਨੇਟ ਬਿਹੇਵ ਕਰ ਰਹੀ ਸੀ। ਮੀਨਸ ਅਗਰ करंट फ्लो हो रहा है, वो किस तरह, वो केड़ा की प्रोड्यूस कर रहा है? मैग्नेटिक फील्ड प्रोड्यूस कर रहा है। तो यही साडा स्टार्टिंग पॉइंट है। इसे कॉन्सैप्ट नूं असीं स्टार्टिंग पॉइंट मनदे आ मैगनेटिज्म दा, कि एक सिंपल वायर जिहदे विचों करंट फ्लो कर रहा है, ਉਹ एक मैगनेटिक कंपस ਦੀ ਜਿਹੜੀ ਨੀਡਲ ਹੈ ਉਸਨੂੰ ਡਿਫਲੈਕਟ ਕਰਵਾ ਰਹੀ ਹੈ, और वो भी साइडवेज। मीनस इस दे ऊपर कोई ना कोई फोर्स लग रही है, और वो फोर्स है जिहड़ी वो डिफरेंट है बाकी फोर्सेस नालों, क्योंकि हुण तक जो असी फोर्सेस नूं स्टडी कीता है, चाहे वो इलैक्ट्रिक फोर्स है, चाहे वो ग्रेविटेशनल फोर्स है, वो फोर्स हमेशा कित्थे लगदी है? इधर पुश और पुल। ग्रेविटी है सानू अपनी तरफ पुल कर रही है, इसीलिए असी इत्थे खड़े हाँ। अगर ग्रेविटेशनल पुल खत्म हो जाए तो असी हवा विच उड़ीए। ठीक है, मीनस ये पुलिंग फोर्स है, ग्रेविटी अपनी तरफ सानू पुल कर रही है। या किहड़ी फोर्स हुंदी है? पुश, जदों असी किसी नूं धक्का दिंदे हां। क्लीयर? हुण तक असी दो ही तरह दी फोर्सेस पढ़ियां ने, जिवें कि इलैक्ट्रिक चार्जेस दे विच है, लाइक चार्जेस एक दूसरे नूं पुल कर रहे हैं, अपनी तरफ खिंच रहे हैं, और अनलाइक चार्जेस पुल कर रहे हैं, और लाइक चार्जेस पुश कर रहे हैं, दूर दूर भेज रहे हैं। क्लीयर? बट इत्थे की हो रहा सी? ये फोर्स बहुत ही ज़्यादा स्ट्रेन सी, क्योंकि ये साइड ते लग रही सी। मैगनैटिक नीडल नूं साइडवेज फोर्स मिल रही है जदों असी AB वायर दे विचों करंट फ्लो करवा रहे हैं। की पॉइंट है इत्थे? दो पॉइंट सामने आए। फर्स्ट पॉइंट की सी? देयर इज सम रिलेशन बिटवीन electricity and magnetism। And we call it electromagnetism। ਤੇ ਸੈਕੰਡ ਥਿੰਗ ਕੀ ਸੀਗੀ ਕਿ ਇੱਕ ਫੋਰਸ ਲੱਗ ਰਹੀ ਹੈ ਜਦੋਂ ਇਸ ਵਾਇਰ ਦੇ ਵਿੱਚੋਂ ਕਰੰਟ ਪਾਸ ਕਰੀਏ ਤਾਂ ਇਸ ਨੀਡਲ ਦੇ ਉੱਪਰ ਇੱਕ ਫੋਰਸ ਲੱਗ ਰਹੀ ਹੈ, ਸਾਈਡਵੇਜ਼ ਫੋਰਸ ਹੈ। ਫੋਰਸ ਐਕਟ ਸਾਈਡਵੇਜ਼। ਕਲੀਅਰ? ਸੋ ਇਹ ਦੋ ਪੁਆਇੰਟਸ ਨੇ। ਇਹਨਾਂ ਦੋ ਪੁਆਇੰਟਸ ਨੂੰ ਅਸੀਂ ਆਪਣਾ ਬੇਸ ਮੰਨ ਕੇ ਨੈਕਸਟ ਕੁਝ ਟੌਪਿਕਸ ਨੂੰ ਡਿਸਕਸ ਕਰਾਂਗੇ, ਜਿੱਥੇ ਤੁਸੀਂ ਇਹਨਾਂ ਹੀ ਨੂੰ ਹੀ ਇਲੈਬੋਰੇਟ ਕਰਨਾ ਹੈ ਕਿ ਜਿਹੜੀ ਫੋਰਸ ਹੈ ਉਹ ਕੀ ਹੈ, ਕਿਸ ਤਰ੍ਹਾਂ ਅਸੀਂ ਇਸ ਨੂੰ ਕੈਲਕੂਲੇਟ ਕਰ ਸਕਦੇ ਹਾਂ। ਦੂਸਰੀ ਚੀਜ਼ ਕਿ ਜਿਹੜਾ ਇਹ ਜਦੋਂ ਕਰੰਟ ਫਲੋ ਹੋ ਰਿਹਾ ਹੈ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਿਹਾ ਹੈ। ਇਹਦਾ ਕਨਕਲੂਜਨ ਕੀ ਹੈ ਕਿ ਜਦੋਂ ਵੀ करंट पर चार्जिस मूव करते हैं तो मैगनैटिक फील्ड प्रोड्यूस होता है। सानू हुण तक यही पता सीगा कि अगर चार्ज मूव करते हैं तो इलैक्ट्रिक फील्ड जनरेट होता है, बट हुण असीं ये कह सकते हैं कि जदों भी चार्जिस मूव करते हैं उदों मैगनैटिक फील्ड जनरेट होता है। दूसरी चीज़ की है कि फोर्स एक्ट करती है, और वो केड़ी फोर्स?
ਸਾਈਡਵੇਜ਼ ਫੋਰਸ ਮੀਨਸ ਪਰਪੈਂਡੀਕੂਲਰ ਫੋਰਸ, ਉਸ ਫੋਰਸ ਦਾ ਮੈਗਨੀਟਿਊਡ ਕਿੰਨਾ ਹੈ ਉਹ ਅਸੀਂ ਕੈਲਕੂਲੇਟ ਕਰਨਾ ਹੈ। ਕਲੀਅਰ। ਸੋ ਇੱਥੇ ਤਿੰਨ ਚੀਜ਼ਾਂ ਨੇ ਸਾਡੇ ਸਾਹਮਣੇ ਕਿ ਅਸੀਂ ਕੈਲਕੂਲੇਟ ਕਰਨਾ ਹੈ ਤੇ ਕਿਸ ਤਰ੍ਹਾਂ ਅਸੀਂ ਸਟੈਪ ਬਾय ਸਟੈਪ ਚੱਲਣਾ ਹੈ। ਦੇਖੋ ਅਸੀਂ ਚੱਲਾਂਗੇ ਅਕੋਰਡਿੰਗ ਟੂ ਦਾ NCERT ਬੁੱਕ ਜਿਹੜੀ ਕਿ CBSE ਦੇ ਲਈ ਮੈਂਸ਼ਨ ਹੈ, ਤਾਂ ਉਸ ਬੁੱਕ ਦੇ ਅਕੋਰਡਿੰਗ ਜੋ ਵੀ ਸੀਕੁਐਂਸ ਹੈ ਉਸੇ ਨੂੰ ਅਸੀਂ ਫੋਲੋ ਕਰਾਂਗੇ। ਸਭ ਤੋਂ ਪਹਿਲੀ ਗੱਲ ਅਸੀਂ ਕੀ ਡਿਸਕਸ ਕਰਨਾ ਹੈ ਕਿ ਜਦੋਂ ਵੀ ਚਾਰजेस ਮੂਵ ਕਰਦੇ ਨੇ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ। ਠੀਕ ਹੈ, ਮੂਵਿੰਗ ਚਾਰजेस produce magnetism। ਫਸਟ ਥਿੰਗ ਅਸੀਂ ਇਹ ਦੱਸਣਾ ਹੈ ਕਿ ਉਹ ਮੈਗਨੈਟਿਕ ਫੀਲਡ ਕਿੰਨਾ ਹੈ, ਉਹਦੀ ਕੀ ਡਾਇਰੈਕਸ਼ਨ ਹੈ, ਉਹ ਅਸੀਂ ਸਟੱਡੀ ਕਰਨੀ ਹੈ। ਦੂਸਰੀ ਚੀਜ਼ ਕੀ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਵੀ ਕਿਸੇ ਵਾਇਰ ਦੇ ਵਿੱਚ ਕਰੰਟ ਪਾਸ ਕਰਦੇ ਹਾਂ ਤਾਂ ਮੈਗਨੈਟਿਕ ਨੀਡਲ ਹੈ ਜਿਹੜੀ ਉਹ ਡਿਫਲੈਕਟ ਹੁੰਦੀ ਹੈ। ਕਲੀਅਰ। ਬਟ ਮੀਨਸ ਕਿ ਜਿਹੜੀ ਵਾਇਰ ਹੈ, ਕਰੰਟ ਕੈਰਿੰਗ ਵਾਇਰ ਹੈ, ਉਹ ਇੱਕ ਮੈਗਨੇਟ ਦੀ ਤਰ੍ਹਾਂ ਐਕਟ ਕਰਦੀ ਹੈ। ਕੀ ਹੋਏਗਾ ਅਗਰ ਅਸੀਂ ਸਾਰੀ ਚੀਜ਼ ਨੂੰ ਰਿਵਰਸ ਕਰ ਦਈਏ, ਮੀਨਸ ਅਗਰ ਅਸੀਂ ਮੈਗਨੈਟਿਕ ਕੰਪਸ ਦੀ ਜਗ੍ਹਾ ਤੇ ਇੱਕ ਮੈਗਨੇਟ ਨੂੰ ਰੱਖ ਦਈਏ ਤਾਂ ਕੀ ਚੇਂਜ ਹੋਏਗਾ। ਮੀਨਸ ਬ੍ਰਿੰਗ ਮੈਗਨੇਟ close to current and see what will happen and see what will happen। इस चीज ਨੂੰ ਅਸੀਂ ਸਟੱਡੀ ਕਰਨਾ ਹੈ। ਕਲੀਅਰ। ਥਰਡ ਚੀਜ਼ ਕਿ ਜਦੋਂ ਵੀ ਕਰੰਟ ਕੈਰਿੰਗ ਵਾਇਰ ਦੇ ਕੋਲ ਅਸੀਂ ਇੱਕ ਮੈਗਨੈਟਿਕ ਨੀਡਲ ਰੱਖਦੇ ਹਾਂ ਤਾਂ ਉਸ ਦੇ ਉੱਪਰ ਇੱਕ ਫੋਰਸ ਲੱਗਦੀ ਹੈ। ਮੈਂ ਹੁਣੇ ਦੱਸ ਕੇ ਚੁੱਕੀ ਹਾਂ, ਦੈਟ ਫੋਰਸ ਇਜ਼ ਸਾਈਡਵੇਜ਼ ਫੋਰਸ। ਮੀਨਸ ਅਸੀਂ ਕੀ ਕੈਲਕੂਲੇਟ ਕਰਨਾ ਹੈ, ਫੋਰਸ ਐਕਸਪੀਰੀਐਂਸਡ ਬਾਈ ਕੰਪਸ when placed close to current carrying wire। and this force is, I repeat, sideways force। इसका पूरा मीनिंग मैं थोड़ा क्लियर करूँगी by using a very simple and beautiful story। clear। सो तीन चीज़ां ने साडे कोल, इसे नू असी स्टैप बाय स्टैप स्टडी करना है कि मूविंग चार्ज ने जेड़े वो प्रोड्यूस करते हैं मैगनेटिज्म। सैकेंड कि जदों असी मैगनेट नू करंट कैरिंग वायर दे क्लोज लैके आइए तो की होएगा। क्लियर। और जिहड़ी फोर्स एक्सपीरियंसड बाय कंपस है, जदों असी इसनू क्लोज लैके जाने करंट कैरिंग वायर दे तां ਉਹ किस तरह की फोर्स उसके उपर लग रही है उसनू असी स्टडी करना है। क्लीयर। सो बेसिकली इत्थे तक असी ये दस रहा हुण तक दे लैक्चर दे विच कि मैगनेटिज्म दे वर्ड दा मीनिंग की है, ये कित्थों ओरिजिनेट होया, ते दूसरा जिहड़ा इहदियां प्रॉपर्टीज़ ने मैगनेट दियां वो इलैक्ट्रिक चार्ज दियां प्रॉपर्टीज़ तो किस तरह डिफर करदियां ने। मैं तुहानूं 2-3 पॉइंट्स दसे ने जिहड़े कि बहुत ज़्यादा इंपॉर्टेंट ने तुहाडे पूरे चैप्टर दे लई कि एक तो जिहड़ा अर्थ का जियोग्राफिकल नॉर्थ पोल है वो मैगनेट के साउथ पोल के क्लोज होएगा, एंड जिहड़ा साउथ पोल है जियोग्राफिकल वो नॉर्थ पोल के क्लोज होएगा। तो मैगनेटिक एक्सिस और जियोग्राफिकल एक्सिस दोनों पैरेलल नहीं होंदियां। तीसरी चीज़ मैं तुहानूं ये दसी सीगी कि अर्सर्ड ने एक्सपेरीमेंट किया तो उस एक्सपेरीमेंट तो साडे कोल बहुत सारे डोर्स ओपन हो गए। उस सिंपल एक्सपेरीमेंट ने सानू ये दस्या कि जो इलैक्ट्रिसिटी है और जो मैगनेटिज्म है इन्हां दोनों का आपस दे विच बहुत डूंगा रिलेशन है, जिसनों असी अज नाम दिन्ने आ इलैक्ट्रोमैगनेटिज्म। सो बेसिकली मैगनेटिज्म चैप्टर की जिहड़ी स्टार्टिंग है, स्टार्टिंग पॉइंट है वो कित्थे स्टार्ट हुंदा है कि जिहड़े चार्जिस ने मूव करते ने वो मैगनेटिक फील्ड प्रोड्यूस करते हैं। इस चीज़ नूं असी पढ़ांगे कि वो फील्ड कितना है।
दूसरा मैगनेट ਨੂੰ ਕਰੰਟ ਦੇ ਕੈਰਿੰਗ ਵਾਇਰ ਦੇ ਕਲੋਜ਼ ਲੈ ਕੇ ਆਈਏ ਤਾਂ ਕੀ ਹੋਏਗਾ, ਔਰ ਤੀਸਰਾ ਕਿ ਜਿਹੜੀ ਫੋਰਸ ਐਕਸਪੀਰੀਐਂਸਡ ਬਾਈ ਦੀ ਕੰਪਸ ਹੈ ਉਹ ਕਿਸ ਤਰ੍ਹਾਂ ਦੀ ਹੈ ਜਦੋਂ ਅਸੀਂ ਉਸ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਰੱਖੀਏ। ਕਲੀਅਰ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ, ਬਹੁਤ ਸਾਰੇ ਬੱਚਿਆਂ ਨੂੰ ਇਹ ਚੈਪਟਰ ਡਿਫਿਕਲਟ ਲੱਗਦਾ ਹੈ, ਠੀਕ ਹੈ। ਉਹਦਾ ਰੀਜ਼ਨ ਕੀ ਹੈ ਕਿ ਇਸ ਦੇ ਵਿੱਚ ਡੈਰੀਵੇਸ਼ਨ ਜ਼ਿਆਦਾ ਨੇ, ਬਟ ਤੁਸੀਂ ਦੇਖੋਗੇ ਕਿ ਅਸੀਂ ਇਸ ਪੂਰੇ ਯੂਨਿਟ ਦੇ ਵਿੱਚ ਸਿਰਫ 2 ਗੱਲਾਂ ਕਰਾਂਗੇ। ਪਹਿਲੀ ਗੱਲ ਕਿ ਜਿਹੜੇ ਚਾਰਜ ਨੇ ਜਦੋਂ ਮੂਵ ਕਰਦੇ ਨੇ ਉਹਨਾਂ ਦੇ ਉੱਪਰ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦੇ ਨੇ। ਦੂਸਰੀ ਗੱਲ ਅਸੀਂ ਕੀ ਕਰਾਂਗੇ ਕਿ ਜਿਹੜਾ ਇਹ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਿਹਾ ਹੈ ਜਦੋਂ ਵੀ ਚਾਰਜ ਮੂਵ ਕਰੇਗਾ ਮੈਗਨੈਟਿਕ ਫੀਲਡ ਦੇ ਅੰਦਰ ਤਾਂ ਉਸ ਦੇ ਉੱਪਰ ਫੋਰਸ ਲੱਗੇਗੀ ਤੇ ਉਹ ਫੋਰਸ ਹੈ ਜਿਹੜੀ ਉਹ ਸਾਈਡਵੇਜ਼ ਫੋਰਸ ਹੋਏਗੀ। ਉਸ ਫੋਰਸ ਦਾ ਮੈਗਨੀਟਿਊਡ ਅਸੀਂ ਕੈਲਕੂਲੇਟ ਕਰਨਾ ਹੈ। ਸੋ ਸਟੂਡੈਂਟਸ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਜਿਹੜਾ ਇਹ ਮੈਗਨੇਟਿਜ਼ਮ ਦਾ ਕਨਸੈਪਟ ਹੈ ਇਹ ਬਹੁਤ ਡਿਫਿਕਲਟ ਹੈ, ਠੀਕ ਹੈ, ਕੋਈ ਡਿਫਿਕਲਟ ਨਹੀਂ ਹੈ। ਤੁਸੀਂ ਪੂਰਾ ਯੂਨਿਟ ਆਪਾਂ ਪੜਾਂਗੇ, ਉਸ ਦੇ ਵਿੱਚ ਕੀ ਦੇਖੋਗੇ ਕਿ ਅਸੀਂ ਸਿਰਫ 2 ਗੱਲਾਂ ਕਰਾਂਗੇ। ਪਹਿਲੀ ਗੱਲ ਅਸੀਂ ਕੀ ਕਰਨੀ ਹੈ ਕਿ ਜਦੋਂ ਚਾਰजेस ਨੇ ਜਿਹੜੇ ਮੂਵ ਕਰਦੇ ਨੇ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ। ਮੀਨਸ ਮੂਵਿੰਗ ਚਾਰजेस produce magnetic field। क्लियर। ਤੇ ਦੂਸਰੀ ਗੱਲ ਅਸੀਂ ਕੀ ਕਰਨੀ ਹੈ ਕਿ ਜਦੋਂ ਜਿਹੜਾ ਚਾਰਜ ਹੈ ਉਹ ਮੈਗਨੈਟਿਕ ਫੀਲਡ ਦੇ ਅੰਦਰ ਮੂਵ ਕਰੇਗਾ ਤਾਂ ਇੱਕ ਫੋਰਸ ਉਹਦੇ ਉੱਪਰ ਲੱਗੇਗੀ। when moving charge placed in a magnetic field, या ਅਸੀਂ ਇਸ ਨੂੰ ਲਿਖ ਸਕਦੇ ਹਾਂ ਕਿ ਚਾਰਜ when charge move in magnetic field it experiences a force। सिर्फ ਅਸੀਂ ਇਹਨਾਂ 2 ਗੱਲਾਂ ਦੇ ਉੱਪਰ ਕਨਸੈਂਟਰੇਟ ਕਰਨਾ ਹੈ। ਕੋਈ ਵੀ ਆਰਟੀਕਲ ਹੈ, ਕੋਈ ਵੀ ਡੈਰੀਵੇਸ਼ਨ ਹੈ, ਜਦੋਂ ਵੀ ਅਸੀਂ ਉਸ ਨੂੰ ਸਟਾਰਟ ਕਰਾਂਗੇ ਤਾਂ ਸਿਰਫ ਸਾਡੇ ਕੋਲ 2 ਗੱਲਾਂ ਹੋਣਗੀਆਂ। ਜਾਂ ਤਾਂ ਅਸੀਂ ਗੱਲ ਕਰਾਂਗੇ ਕਿ ਜਿਹੜਾ ਚਾਰਜ ਹੈ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਰਿਹਾ ਹੈ, ਅਸੀਂ ਕੈਲਕੂਲੇਟ ਕਰਨਾ ਹੋਏਗਾ ਉਸ ਫੀਲਡ ਦਾ ਮੈਗਨੀਟਿਊਡ, ਠੀਕ ਹੈ, ਉਸ ਫੀਲਡ ਦੀ ਡਾਇਰੈਕਸ਼ਨ। ਦੂਸਰੀ ਗੱਲ ਅਸੀਂ ਕੀ ਡਿਸਕਸ ਕਰਾਂਗੇ ਕਿ ਜਦੋਂ ਕੋਈ ਚਾਰਜ ਹੈ ਜਿਹੜਾ ਉਹ ਮੈਗਨੈਟਿਕ ਫੀਲਡ ਦੇ ਅੰਦਰ ਮੂਵ ਕਰ ਰਿਹਾ ਹੈ ਤਾਂ ਉਸ ਤੇ ਫੋਰਸ ਲੱਗ ਰਹੀ ਹੈ। ਔਰ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਇਹ ਜਿਹੜੀ ਫੋਰਸ ਹੈ ਇਹ ਬਹੁਤ ਸਟ੍ਰੇਂਜ ਹੈ। ਕਈ ਲੋਕ ਕਹਿੰਦੇ ਨੇ ਕਿ ਇਹ ਫੋਰਸ ਡਿਫਿਕਲਟ ਹੈ, ਅੰਡਰਸਟੈਂਡ ਕਰਨੀ ਡਿਫਿਕਲਟ ਹੈ। ਇਹ ਚੀਜ਼ ਨਹੀਂ ਹੈ। ਦੇਖੋ ਹੁਣ ਤੱਕ ਅਸੀਂ 2 ਤਰ੍ਹਾਂ ਦੀ ਫੋਰਸਿਸ ਬਾਰੇ ਹੀ ਫੈਮਿਲੀਅਰ ਸੀ, ਈਦਰ ਪੁਸ਼ ਔਰ ਪੁੱਲ, क्योंकि वो बहुत सिंपल चीज़ है इसलिए सानू डिफिकल्ट नहीं लग रही है, क्योंकि सिंपली एक पुश है एक पुल है, दैट्स इट। बट यह फोर्स डिफरेंट है। ਜਦੋਂ ਇਸ ਫੋਰਸ ਨੂੰ ਅਸੀਂ ਅੰਡਰਸਟੈਂਡ ਕਰ ਲਿਆ ਕਿ ਇਹ ਕਿਸ ਤਰ੍ਹਾਂ ਦੀ ਹੈ ਤਾਂ ਇਹ ਵੀ ਡਿਫਿਕਲਟ ਨਹੀਂ ਲੱਗੇਗੀ। ਦੈਟ ਮੀਨਸ ਕਿ ਇਹ ਫੋਰਸ ਹੈ ਜਿਹੜੀ ਉਹ ਡਿਫਰੈਂਟ ਹੈ, ਡਿਫਿਕਲਟ ਨਹੀਂ ਹੈ। ਦੋਨਾਂ ਵਰਡਸ ਨੂੰ ਅਲੱਗ-ਅਲੱਗ ਕਰਕੇ ਦੇਖੋ। ਡਿਫਰੈਂਟ ਹੈ बट डिफिकल्ट नहीं है। डिफरेंट क्यों है? क्योंकि ये बाकी ਜਿਹੜੀਆਂ फोर्सेस ने चाहे इलैक्ट्रिक चाहे ग्रेविटेशनल पुश और पुल नालों डिफरेंट है। ਕਿਵੇਂ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਅਗਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਜਿਹੀ ਸਟੋਰੀ ਦੇ ਨਾਲ ਦੱਸੂਗੀ ਕਿ ਜਿਹੜੀ ਇਹ ਫੋਰਸ ਹੈ ਉਹ ਕਿਸ ਤਰ੍ਹਾਂ ਦੀ ਹੈ। ਤਾਂ ਤੁਹਾਨੂੰ ਅੰਡਰਸਟੈਂਡਿੰਗ ਜਦੋਂ ਹੋਗੀ ਤਾਂ ਤੁਹਾਨੂੰ ਆਪਣੇ ਆਪ ਇਹ ਫੋਰਸ ਹੈ ਜਿਹੜੀ ਉਹ ਈਜ਼ੀ ਲੱਗਣੀ ਸ਼ੁਰੂ ਹੋ ਜਾਏਗੀ, ਠੀਕ ਹੈ। ਸੋ ਹੁਣ ਤੱਕ ਅਸੀਂ ਇੱਕ ਪਿਕਚਰ ਜਨਰੇਟ ਕਰ ਲਈ ਮਾਈਂਡ ਦੇ ਵਿੱਚ ਕਿ ਅਸੀਂ ਕਰਨਾ ਕੀ ਹੈ, ਅਸੀਂ ਇਸ ਚੈਪਟਰ ਦੇ ਵਿੱਚ ਕੀ ਸਟੱਡੀ ਕਰਨਾ ਹੈ। ਅਸੀਂ ਬੇਸਿਕਲੀ 2 ਗੱਲਾਂ ਹੀ ਸਟੱਡੀ ਕਰਨੀਆਂ ਨੇ ਕਿ ਜਿਹੜੇ ਮੂਵਿੰਗ ਚਾਰजेस ਨੇ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦੇ ਨੇ, ਉਹਨਾਂ ਦੇ ਬਾਰੇ ਅਸੀਂ ਡਿਸਕਸ ਕਰਨਾ ਹੈ ਕਿ ਉਹ ਫੀਲਡ ਕਿਸ ਤਰ੍ਹਾਂ ਦਾ ਹੈ। ਤੇ ਜਦੋਂ ਚਾਰਜ ਮੂਵ ਕਰਦਾ ਹੈ ਮੈਗਨੈਟਿਕ ਫੀਲਡ ਦੇ ਅੰਦਰ ਤਾਂ ਉਹਦੇ ਉੱਪਰ ਇੱਕ ਫੋਰਸ ਲੱਗਦੀ ਹੈ, ਅਸੀਂ ਉਸ ਫੋਰਸ ਬਾਰੇ ਡਿਸਕਸ ਕਰਨਾ ਹੈ ਕਿ ਉਹ ਮੈਗਨੈਟਿਕ ਫੋਰਸ ਕਿਸ ਤਰ੍ਹਾਂ ਦੀ ਹੈ, ਉਸਨੂੰ ਕੀ ਨਾਮ ਦਿੱਤਾ ਗਿਆ ਤੇ ਉਹ ਕਿਵੇਂ ਦੀ ਹੈ, ਉਸ ਬਾਰੇ ਡਿਸਕਸ ਕਰਨਾ ਹੈ। ਸੋ ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਮਿਲਾਂਗੇ ਆਪਣੇ ਸੈਕੰਡ ਲੈਕਚਰ ਦੇ ਵਿੱਚ ਇੱਕ ਸਪੈਸ਼ਲ ਜੀ ਸਟੋਰੀ ਦੇ ਨਾਲ ਜਿਹੜੀ ਕਿ ਦੱਸੇਗੀ ਮੈਗਨੈਟਿਕ ਫੋਰਸ ਕਿਸ ਤਰ੍ਹਾਂ ਦੀ ਹੈ।
ਅੱਜ ਦੇ ਲਈ ਇੰਨਾ ਹੀ, ਥੈਂਕ ਯੂ।